ਰੁਜ਼ਗਾਰ ਦੇ ਮੁੱਦੇ ਉੱਤੇ ਸਰਕਾਰ ਦਾਅਵਾ ਕਰਦੀ ਹੈ ਕਿ ਨੌਜਵਾਨ ਤਿਆਰ ਤਾਂ ਹੋਣ, ਅਸੀਂ ਬਾਹ ਫੜਾਂਗੇ। ਇੱਕ ਹੋਰ ਧੰਦਾ ਹੈ, ਇੱਕ ਹੋਰ ਕਮਾਈ ਦਾ ਸਾਧਨ ਹੈ ਉਹ ਕੈਬ ਦਾ। ਕਿ ਬਹੁਤ ਸਾਰੇ ਲੋਕ ਨੇ ਜਿਹੜੇ ਨੌਜਵਾਨ ਖਾਸ ਕਰਕੇ ਚਾਹੇ ਜਿਨ੍ਹਾਂ ਕੋਲ ਡਿਗਰੀ ਹੋਲਡਰ ਨੇ, ਉਹਨਾਂ ਨੂੰ ਮਜਬੂਰੀ ਵਸ ਜੇ ਇਹ ਕੰਮ ਵੀ ਕਰਨਾ ਪੈਂਦਾ ਹੈ। ਕੰਮ ਕੋਈ ਵੀ ਮਾੜਾ ਨਹੀਂ ਹੁੰਦਾ, ਪਰ ਉਸ ਕੰਮ ਵਿੱਚੋਂ ਬਚਦਾ ਕੁਝ ਨਹੀਂ। ਅੱਜ ਦੇ ਟਾਈਮ 'ਚ ਸਾਨੂੰ 12 ਰੁਪਏ ਪਰ ਕਿਲੋਮੀਟਰ ਮਿਲ ਰਿਹਾ ਤੇ 11 ਰੁਪਏ ਸਾਡਾ ਖੁਦ ਦੇ ਖਰਚੇ ਨਹੀਂ। 3 ਕਿਲੋਮੀਟਰ ਚੱਕਣ ਜਾਵਾਂਗੇ, 10 ਕਿਲੋਮੀਟਰ ਜਾਵਾਂਗੇ ਜੀ। ਕਿੰਨੇ ਕਿਲੋਮੀਟਰ ਹੋ ਗਏ? 10 ਤੇ 3 13 14 ਕਿਲੋਮੀਟਰ ਹੋ ਗਏ ਜੀ। 13 14 ਕਿਲੋਮੀਟਰ ਦਾ ਸਾਨੂੰ 138 ਰੁਪਏ ਮਿਲਦੇ ਨੇ ਜੀ। ਅਸੀਂ ਕਿੱਥੋਂ ਆਪਦੇ ਫੈਮਿਲੀ ਨੂੰ ਪਾਲਾਂਗੇ ਜਾਂ ਆਪਦੇ ਘਰ ਤੋਂ ਦੇਵਾਂਗੇ? ਕਿਸ਼ਤਾਂ ਵੀ ਨੇ ਗੱਡੀਆਂ ਦੀਆਂ ਜੀ, ਅਸੀਂ ਕਿੱਥੋਂ ਕਰਾਂਗੇ ਜੀ? ਬਹੁਤ ਵਾਰ ਇਹਨਾਂ ਨੂੰ ਲੈਟਰ ਦਿੱਤੇ ਨੇ ਪ੍ਰਸ਼ਾਸਨ ਨੂੰ, ਪਰ ਸਾਨੂੰ ਹਾਲੇ ਤੱਕ ਕੋਈ ਵੀ ਰਿਸਪੌਂਸ ਨਹੀਂ ਮਿਲਿਆ ਗਾ ਜੀ। ਕੰਪਨੀਆਂ ਦੇ ਮੇਨ ਚੰਡੀਗੜ੍ਹ ਮੋਹਾਲੀ ਦੇ ਨੇੜੇ ਦਫ਼ਤਰ ਕਿੱਥੇ ਨੇ? ਦਫ਼ਤਰ ਆਪਣਾ ਇੱਥੇ ਹੈਗੇ ਨੇ ਇੰਡਸਟਰੀ ਏਰੀਆ ਦੇ ਵਿੱਚ ਇੱਕ ਦਫ਼ਤਰ ਹੈ ਜੀ ਇਹਨਾਂ ਦਾ, ਪਰ ਉੱਥੇ ਜਾਣ ਕਿਸੇ ਨੂੰ ਨਹੀਂ ਦਿੰਦੇ ਜੀ। ਉਹ ਐਂਟਰ ਨਹੀਂ ਕਰਨ ਦਿੰਦੇ ਸਾਨੂੰ। ਸਾਡੀ ਉੱਥੇ ਕੋਈ ਵੀ ਸੁਣਵਾਈ ਨਹੀਂ। ਅਗਰ ਸਾਡੀ ਆਈਡੀ ਬਲੌਕ ਹੋਊਗੀ ਉਹਦੀ ਨਹੀਂ ਕੋਈ ਸੁਣਵਾਈ ਹੈਗੀ, ਕਿਸੇ ਵੀ ਲੈਵਲ ਦੀ ਸੁਣਵਾਈ ਨਹੀਂ ਹੈਗੀ ਉੱਥੇ। 3 ਮੀਟਿੰਗਾਂ ਸਾਡੀਆਂ ਪ੍ਰਸ਼ਾਸਨ ਨਾਲ ਹੋ ਕੇ ਹਟੀਆਂ, ਜਿਹਦੇ ਵਿੱਚ ਹੋਮ ਸੈਕਟਰੀ ਵੀ ਸੀਗੇ, ਚੰਡੀਗੜ੍ਹ ਦੇ ਟਰਾਂਸਪੋਰਟ ਸੈਕਟਰੀ ਵੀ ਸੀਗੇ ਤੇ STA ਸਾਹਿਬ ਵੀ ਸੀਗੇ। ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਵੀ ਇਹਨਾਂ ਕੰਪਨੀਆਂ ਨੂੰ ਅਸੀਂ ਕਿਸੇ ਵੀ ਹਾਲਤ ਮਾ ਹੱਥ ਨਹੀਂ ਪਾ ਸਕਦੇ, ਨਾ ਇਹਨਾਂ ਦੇ ਉਰੇ ਦਫ਼ਤਰ ਹੈ, ਨਾ ਕੋਈ ਇਹਨਾਂ ਦਾ ਕੋਈ ਸਾਨੂੰ ਬੰਦਾ ਮਿਲਦਾ ਹੈ। ਸਰਕਾਰ ਇੱਥੇ ਇਹ ਕਹਿ ਰਹੀ ਹੈ ਵੀ ਤੁਸੀਂ ਪੈਨਿਕ ਬਟਨ ਲਵਾਓ ਜੀ, GPS ਲਵਾਓ ਜੀ। ਲਵਾਈਏ ਕਿਸ ਨਾਲ? ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਸਰਕਾਰ ਨੂੰ। ਸਾਡੇ ਕੋਲ ਤਾਂ ਟਾਇਰ ਪਵਾਉਣ ਦੇ ਪੈਸੇ ਨਹੀਂ, ਘਰਾਂ ਰੋਟੀ ਖਾਣ ਦੇ ਪੈਸੇ ਨਹੀਂ ਹੈਗੇ। ਕਮ ਸੇ ਕਮ ਤੁਸੀਂ ਅਗਰ ਰੁਜ਼ਗਾਰ ਨਹੀਂ ਦੇ ਸਕਦੇ ਤਾਂ 20,000 ਬੰਦਾ ਜਿਹੜਾ ਰੁਜ਼ਗਾਰ 'ਚ ਲੱਗਿਆ ਵਾ ਉਹਦੇ ਰੁਜ਼ਗਾਰ ਨੂੰ ਸੈੱਟ ਤਾਂ ਕਰ ਦਿਓ ਕਿਸੇ ਨਾ ਕਿਸੇ ਤਰੀਕੇ ਨਾਲ। ਰੁਜ਼ਗਾਰ ਦੇ ਮੁੱਦੇ ਉੱਤੇ ਸਰਕਾਰ ਦਾਅਵਾ ਕਰਦੀ ਹੈ ਕਿ ਨੌਜਵਾਨ ਤਿਆਰ ਤਾਂ ਹੋਣ, ਅਸੀਂ ਬਾਹ ਫੜਾਂਗੇ। ਪਰ ਪੰਜਾਬ ਵਿੱਚ ਗੱਲ ਕਰੀਏ ਜਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਧੰਦਾ ਹੈ, ਇੱਕ ਹੋਰ ਕਮਾਈ ਦਾ ਸਾਧਨ ਹੈ ਉਹ ਕੈਬ ਦਾ। ਕਿ ਬਹੁਤ ਸਾਰੇ ਲੋਕ ਨੇ ਜਿਹੜੇ ਨੌਜਵਾਨ ਖਾਸ ਕਰਕੇ ਚਾਹੇ ਜਿਨ੍ਹਾਂ ਕੋਲ ਡਿਗਰੀ ਹੋਲਡਰ ਨੇ, ਉਹਨਾਂ ਨੂੰ ਮਜਬੂਰੀ ਵਸ ਜੇ ਇਹ ਕੰਮ ਵੀ ਕਰਨਾ ਪੈਂਦਾ ਹੈ। ਕੰਮ ਕੋਈ ਵੀ ਮਾੜਾ ਨਹੀਂ ਹੁੰਦਾ, ਪਰ ਉਸ ਕੰਮ ਵਿੱਚੋਂ ਬਚਦਾ ਕੁਝ ਨਹੀਂ। ਉਹ ਕੁਰਲਾ ਰਹੇ ਨੇ। ਮੇਰੇ ਨਾਲ ਇਸ ਵਕਤ ਕੈਬ ਆਪਰੇਟਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਨੇ। ਖੁਦ ਕਮਾਈ ਕਰਦੇ ਨੇ, ਕੈਬ ਚਲਾਉਂਦੇ ਨੇ, ਦਿਨ ਰਾਤ ਇੱਕ ਕਰਦੇ ਨੇ, ਪੱਲੇ ਕੁਝ ਵੀ ਨਹੀਂ ਪੈਂਦਾ। ਇਹਨਾਂ ਦੀ ਸਮੱਸਿਆ ਕੀ ਹੈ ਔਰ ਇਹਨਾਂ ਨੂੰ ਸੁਣਨ ਵਾਲਾ ਕਿਉਂ ਨਹੀਂ ਕੋਈ? ਨਾ ਸਰਕਾਰ ਸੁਣਦੀ ਹੈ, ਨਾ ਉਹ ਪ੍ਰਾਈਵੇਟ ਕੰਪਨੀਆਂ ਸੁਣਦੀਆਂ ਨੇ ਜਿਨ੍ਹਾਂ ਦੇ ਥਰੂ ਇਹ ਕੈਬ ਚਲਾਉਂਦੇ ਨੇ। ਮੇਰੇ ਨਾਲ ਇਸੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਹਰਵਿੰਦਰ ਸਿੰਘ। ਇਹਨਾਂ ਤੋਂ ਜਾਣਦੇ ਹਾਂ ਕੀ ਸਮੱਸਿਆ ਹੈ। ਹਰਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਤੁਹਾਡੇ ਤੋਂ ਹੀ ਜਾਣਨਾ ਚਾਹੁੰਦਾ ਕਿ ਤੁਸੀਂ ਵੈਸੇ ਕਿੱਥੋਂ ਸੰਬੰਧ ਰੱਖਣ ਵਾਲੇ ਹੋ? ਕਿੰਨਾ ਸਮਾਂ ਹੋ ਗਿਆ ਇਸ ਪਾਸੇ ਕੰਮ ਕਰਦਿਆਂ ਨੂੰ? ਦੇਖੋ ਜੀ, ਮੇਰਾ ਪਿੰਡ ਦੇਸੂ ਮਾਜਰਾ ਹੈ। 1999 ਤੋਂ ਇਸ ਧੰਦੇ ਦੇ ਵਿੱਚ ਆ। ਜਦੋਂ ਕੰਪਨੀਆਂ ਨਹੀਂ ਆਈਆਂ ਸੀਗੀਆਂ ਉਸ ਸਮੇਂ ਵੀ ਇਸ ਧੰਦੇ ਦੇ ਵਿੱਚ ਸੀਗੇ। ਉਸ ਸਮੇਂ ਕੁਝ ਬਚਦਾ ਸੀਗਾ। ਜਿੱਦਣ ਦੀਆਂ ਐਗਰੀਗੇਟਰ ਕੰਪਨੀਆਂ ਦੇਸ਼ ਦੇ ਵਿੱਚ ਆਈਆਂ ਨੇ, ਉਸ ਦਿਨ ਦਾ ਨਾ ਟਰਾਂਸਪੋਰਟ ਦਾ ਧੰਦਾ ਸਟੈਂਡਾਂ 'ਤੇ ਰਿਹਾ ਤੇ ਨਾ ਐਗਰੀਗੇਟਰ ਕੰਪਨੀਆਂ ਬੰਦਿਆਂ ਨੂੰ ਕੁਝ ਖਾਣ ਪੀਣ ਨੂੰ ਦੇ ਰਹੀਆਂ ਨੇ। ਹੈਂਡ ਟੂ ਮਾਊਥ ਕਰਕੇ ਰੱਖ ਦਿੱਤਾ ਇਹਨਾਂ ਕੰਪਨੀਆਂ ਨੇ ਇਸ ਧੰਦੇ ਨੂੰ। ਜੋ ਕਮਾਉਂਦੇ ਹੋ ਉਹੀ ਪਰਿਵਾਰ ਵਿੱਚ ਲਿਜਾਣਾ ਹੁੰਦਾ, ਉਸੇ ਨਾਲ ਰੋਟੀ ਦੇ ਗੁਜ਼ਾਰੇ ਨੇ, ਹੋਰ ਰਿਸ਼ਤੇਦਾਰੀਆਂ 'ਚ ਵਰਤਣਾ, ਹੋਰ ਬੜੇ ਇਸ ਤਰ੍ਹਾਂ ਦੇ ਗੁਜ਼ਾਰੇ। ਤੁਹਾਨੂੰ ਇੱਥੇ ਇਸ ਵਕਤ ਸਮੱਸਿਆ ਕੀ ਆ ਰਹੀ ਹੈ ਇਹਨਾਂ ਪ੍ਰਾਈਵੇਟ ਕੰਪਨੀਆਂ ਦੀ ਐਂਟਰੀ ਤੋਂ ਬਾਅਦ? ਜੇ ਆ ਕੀ ਹੋਇਆ? ਹਾਲਾਂਕਿ ਲੋਕ ਤਾਂ ਕਹਿੰਦੇ ਅਸੀਂ ਸੁਖਾਲੇ ਹੋ ਗਏ, ਮੋਬਾਈਲ ਕੱਢਦੇ ਹਾਂ, ਬੁੱਕ ਕਰਦੇ ਹਾਂ, ਜਿਹੜੀ ਥਾਂ ਜਾਣਾ ਚਲੋ। ਦੇਖੋ ਜੀ, ਇਹਨਾਂ ਕੰਪਨੀਆਂ ਨੇ ਅਜਿਹਾ ਮਾਹੌਲ ਪੈਦਾ ਕਰ ਦਿੱਤਾ। ਜਦੋਂ ਸ਼ੁਰੂਆਤ ਸੀਗੀ CNG 45 ਰੁਪਏ ਕਿਲੋ ਦੇ ਹਿਸਾਬ ਨਾਲ ਪੈਂਦੀ ਸੀਗੀ। ਉਸ ਸਮੇਂ ਰੇਟ ਸੀਗਾ 15 ਰੁਪਏ। ਤੁਸੀਂ ਇਹ ਦੇਖੋ ਵੀ ਬਾਕੀ ਚੀਜ਼ਾਂ ਕਿਲੋਮੀਟਰ 15 ਪਰ ਕਿਲੋਮੀਟਰ 15 ਰੁਪਏ ਮਿਲਦਾ ਸੀਗਾ ਜਦੋਂ CNG 45 ਰੁਪਏ ਸੀਗੀ। ਪਰ ਅੱਜ ਜਿਹੜੀ CNG ਹੈ 92 ਰੁਪਏ ਕਿਲੋ ਦੇ ਹਿਸਾਬ ਨਾਲ ਹੋ ਗਈ ਵੀ ਹੈ। ਤੇ ਅੱਜ ਜਿਹੜਾ ਪਰ ਕਿਲੋਮੀਟਰ ਮਿਲ ਰਿਹਾ ਹੈ ਉਹ 10 ਤੋਂ 12 ਰੁਪਏ ਪਰ ਕਿਲੋਮੀਟਰ ਮਿਲ ਰਿਹਾ ਹੈ। ਤੇ ਉਸ ਸਰਕਾਰ ਕਹਿ ਰਹੀ ਹੈ ਵੀ ਸਾਡਾ ਜਿਹੜਾ ਗਵਰਨਮੈਂਟ ਦਾ ਰੇਟ ਹੈ ਐਗਰੀਗੇਟਰ ਪਾਲਿਸੀ ਦਾ ਉਹ 34 ਰੁਪਏ ਹੈ। ਤੇ ਇਹ ਬਹੁਤ ਵੱਡੀ ਸਮੱਸਿਆ ਇਸ ਟਾਈਮ ਸਾਡੇ ਸਾਹਮਣੇ ਇਹ ਆ ਗਈ ਵੀ ਹੈ ਵੀ 11 ਰੁਪਏ ਕਿਲੋਮੀਟਰ ਨੂੰ ਇਸ ਟਾਈਮ ਗੱਡੀ ਪੈ ਰਹੀ ਹੈ। ਜੇ ਉਹਦਾ ਇੰਸ਼ੋਰੈਂਸ ਲਾਈਏ, ਕਾਗਜ਼ ਪੱਤਰ ਲਾਈਏ, CNG ਤੇ ਟਾਇਰਾਂ ਦਾ ਖਰਚਾ ਲਾਈਏ, 11 ਰੁਪਏ ਗੱਡੀ ਪੈ ਰਹੀ ਹੈ ਤੇ 12 ਰੁਪਏ ਮਿਲ ਰਹੇ ਨੇ। 11 ਰੁਪਏ ਪਰ ਕਿਲੋਮੀਟਰ ਸਾਨੂੰ ਖੁਦ ਨੂੰ ਪੈ ਰਹੀ ਹੈ ਜੀ। 11 ਰੁਪਏ ਪਰ ਕਿਲੋਮੀਟਰ ਖੁਦ ਨੂੰ ਪੈ ਰਹੀ ਹੈ। ਜਦ ਕਿ ਅਗਰ ਪਿੱਛੇ ਦੀ ਜਿਵੇਂ ਭਾਜੀ ਨੇ ਗੱਲ ਕੀਤੀ ਆ ਵੀ ਸਾਨੂੰ 15 ਰੁਪਏ ਪਰ ਕਿਲੋਮੀਟਰ ਦੇ ਰਹੀ ਸੀ, ਪਰ ਅੱਜ ਦੇ ਟਾਈਮ 'ਚ ਸਾਨੂੰ 12 ਰੁਪਏ ਪਰ ਕਿਲੋਮੀਟਰ ਮਿਲ ਰਿਹਾ ਤੇ 11 ਰੁਪਏ ਸਾਡਾ ਖੁਦ ਦੇ ਖਰਚੇ ਨਹੀਂ ਜੀ। ਅਸੀਂ ਕਿੱਥੋਂ ਆਪਦੇ ਫੈਮਿਲੀ ਨੂੰ ਪਾਲਾਂਗੇ ਜਾਂ ਆਪਦੇ ਘਰ ਤੋਂ ਦੇਵਾਂਗੇ? ਕਿਸ਼ਤਾਂ ਵੀ ਨੇ ਗੱਡੀਆਂ ਦੀਆਂ ਜੀ, ਅਸੀਂ ਕਿੱਥੋਂ ਕਰਾਂਗੇ ਜੀ? ਤੁਹਾਨੂੰ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਰੇਟ ਘਟਾ ਦਿੱਤੇ ਗਏ, ਖਰਚੇ ਵੱਧ ਗਏ। ਬਿਲਕੁਲ ਸਰ, ਰੇਟ ਬਹੁਤ ਘੱਟ ਨੇ ਔਰ ਪੈਟਰੋਲ CNG ਦੇ ਰੇਟ ਦੇਖੋ ਤੁਸੀਂ ਕਿੱਦਾਂ ਵੱਧ ਰਹੇ ਨੇ, ਹੈ ਨਾ ਜੀ। ਔਰ ਉੱਪਰ ਦੀ ਇੰਨੇ ਖਰਚੇ ਨੇ। ਅਸੀਂ ਬਹੁਤ ਡਿਪਰੈਸ 'ਚ ਆਂਗੇ ਇਸ ਟਾਈਮ ਜੀ। ਤੁਸੀਂ ਇਹ ਆਪਣੀ ਡਿਪਰੈਸ਼ਨ ਦੇ ਵਿੱਚ ਤਾਂ ਜਾ ਰਹੇ ਹੋ, ਨਾਲ ਕਮਾਈ ਕਰਦੇ ਹੋ। ਸੋਸ਼ਲ ਸਿਕਿਉਰਿਟੀ ਦਾ ਬਹੁਤ ਵੱਡਾ ਮੁੱਦਾ ਹੈ। ਤੁਸੀਂ ਇਸ ਤੋਂ ਪਹਿਲਾਂ ਕਿਤੇ ਸਿਰ ਜੋੜ ਕੇ ਬੈਠੇ ਹੋ ਇਕੱਠੇ ਹੋ ਕੇ ਐਸੋਸੀਏਸ਼ਨ ਵੱਲੋਂ? ਕਿਤੇ ਮੰਗ ਰੱਖਣ ਦੀ ਥਾਂ ਹੈ ਤੁਹਾਡੇ ਕੋਲ ਜਿਹੜਾ ਸੁਣੇ ਤੁਹਾਡੀ ਗੱਲ?
ਬਿਲਕੁਲ ਸਰ, ਬਹੁਤ ਵਾਰ ਇਹਨਾਂ ਨੂੰ ਲੈਟਰ ਦਿੱਤੇ ਨੇ ਪ੍ਰਸ਼ਾਸਨ ਨੂੰ, ਪਰ ਸਾਨੂੰ ਹਾਲੇ ਤੱਕ ਕੋਈ ਵੀ ਰਿਸਪੌਂਸ ਨਹੀਂ ਮਿਲਿਆਗਾ ਜੀ। ਚਾਹੇ ਸਰਕਾਰੀ ਤੌਰ ਤੇ ਚਾਹੇ ਪ੍ਰਾਈਵੇਟ ਕੰਪਨੀ। ਬਿਲਕੁਲ ਸਰ, ਬਿਲਕੁਲ ਸਰ, ਇੱਥੇ ਇਹਨਾਂ ਦਾ ਕੰਪਨੀਆਂ ਦਾ ਤਾਂ ਕੋਈ ਹੈ ਹੀ ਨਹੀਂ ਗਾ ਜੀ, ਸਾਨੂੰ ਕੋਈ ਪੁੱਛਦਾ ਹੀ ਨਹੀਂ ਗਾ ਜੀ। ਕੰਪਨੀਆਂ ਦੇ ਮੇਨ ਚੰਡੀਗੜ੍ਹ ਮੋਹਾਲੀ ਦੇ ਨੇੜੇ ਦਫ਼ਤਰ ਕਿੱਥੇ ਨੇ? ਦਫ਼ਤਰ ਆਪਣਾ ਇੱਥੇ ਹੈਗੇ ਨੇ ਇੰਡਸਟਰੀ ਏਰੀਆ ਦੇ ਵਿੱਚ ਇੱਕ ਦਫ਼ਤਰ ਹੈ ਜੀ ਇਹਨਾਂ ਦਾ, ਪਰ ਉੱਥੇ ਜਾਣ ਕਿਸੇ ਨੂੰ ਨਹੀਂ ਦਿੰਦੇ ਜੀ, ਉਹ ਐਂਟਰ ਨਹੀਂ ਕਰਨ ਦਿੰਦੇ ਸਾਨੂੰ। ਸਾਡੀ ਉੱਥੇ ਕੋਈ ਵੀ ਸੁਣਵਾਈ ਨਹੀਂ, ਅਗਰ ਸਾਡੀ ਆਈਡੀ ਬਲੌਕ ਹੋ ਗਈ ਉਹਦੀ ਨਹੀਂ ਕੋਈ ਸੁਣਵਾਈ ਹੈਗੀ, ਕਿਸੇ ਵੀ ਲੈਵਲ ਦੀ ਸੁਣਵਾਈ ਨਹੀਂ ਹੈਗੀ ਉੱਥੇ ਜੀ। ਜੇ ਤੁਹਾਡੀ ਸੁਣਵਾਈ ਨਹੀਂ ਹੈ ਤੇ ਸਮੱਸਿਆ ਜਿਹੜੇ ਤੁਹਾਡੇ ਨਾਲ ਹੋਰ ਸਾਥੀ ਡਰਾਈਵਰ ਵੀ ਖੜੇ ਨੇ ਤੇ ਫਿਰ ਹੱਲ ਕਿਵੇਂ ਹੋਣਗੀਆਂ? ਹੁਣ ਤੱਕ ਜਦੋਂ ਲਾਸਟ ਟੇਬਲ ਟਾਕ ਕਿਸੇ ਨਾਲ ਹੋਈ, ਗੱਲਬਾਤ ਹੋਈ ਪ੍ਰਸ਼ਾਸਨ ਨਾਲ? ਦੇਖੋ ਜੀ, ਹੁਣ ਪਿੱਛੇ ਜੇ 17 ਤਰੀਕ ਨੂੰ ਇੱਕ ਮੀਟਿੰਗ, 3 ਮੀਟਿੰਗਾਂ ਸਾਡੀਆਂ ਪ੍ਰਸ਼ਾਸਨ ਨਾਲ ਹੋ ਕੇ ਹਟੀਆਂ, ਜਿਹਦੇ ਵਿੱਚ ਹੋਮ ਸੈਕਟਰੀ ਵੀ ਸੀਗੇ ਤੇ ਚੰਡੀਗੜ੍ਹ ਦੇ ਟਰਾਂਸਪੋਰਟ ਸੈਕਟਰੀ ਵੀ ਸੀਗੇ ਤੇ ਐਸਟੀਏ ਸਾਹਿਬ ਵੀ ਸੀਗੇ, ਤਿੰਨਾਂ ਨਾਲ ਮੀਟਿੰਗ ਹੋ ਕੇ ਹਟੀ ਆ। ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਵੀ ਇਹਨਾਂ ਕੰਪਨੀਆਂ ਨੂੰ ਅਸੀਂ ਕਿਸੇ ਵੀ ਹਾਲਤ ਮਾ ਹੱਥ ਨਹੀਂ ਪਾ ਸਕਦੇ, ਨਾ ਇਹਨਾਂ ਦੇ ਉਰੇ ਦਫ਼ਤਰ ਹੈ, ਨਾ ਕੋਈ ਇਹਨਾਂ ਦਾ ਕੋਈ ਸਾਨੂੰ ਬੰਦਾ ਮਿਲਦਾ ਹੈ, ਠੀਕ ਹੈ ਨਾ। ਸਮੱਸਿਆ ਦਾ ਇੱਕ ਆਖਰੀ ਸਮਾਧਾਨ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਤੁਸੀਂ ਇੱਕ ਸਰਕਾਰੀ ਐਪਲੀਕੇਸ਼ਨ ਬਣਾ ਕੇ ਦੇ ਦਿਓ, ਤਾਂ ਜੋ ਜੇ ਸਰਕਾਰ ਦੇ ਤੌਰ ਤੇ ਸਾਡਾ ਜਿਹੜਾ ਸਰਵਾਈਵ ਕਰਨਾ ਉਹ ਮਾੜਾ ਮੋਟਾ ਸੌਖਾ ਹੋ ਜਾਵੇ, ਡਰਾਈਵਰ ਰੁਜ਼ਗਾਰ ਜੋਗਾ ਹੋ ਜਾਵੇ। ਅੱਜ ਦਾ ਜਿਹੜਾ ਸਮਾਂ ਹੈ ਵੈਸੇ ਬਿਲਕੁਲ ਸਹੀ ਰਿਐਲਿਟੀ ਹੈ। ਗੱਡੀ ਜਿਹੜੀਆਂ 3 ਤਰ੍ਹਾਂ ਦੀ ਗੱਡੀ ਹੈ ਇਸ ਟਾਈਮ ਆਪਣੇ ਕੋਲ, ਇੱਕ ਸਡਾਨ, ਇੱਕ ਹੈਚਬੈਕ, ਇੱਕ ਐਸਯੂਵੀ। ਜਿਹੜੀ ਸਡਾਨ ਗੱਡੀ ਹੈ ਤਾਂ ਹੈਚਬੈਕ ਛੋਟੀਆਂ ਗੱਡੀਆਂ ਨੇ, ਦੋਨਾਂ ਨੂੰ ਬਰਾਬਰ ਦਾ ਰੇਟ ਮਿਲਦਾ। ਬਰਾਬਰ ਦਾ ਰੇਟ ਮਿਲਣ ਕਾਰਨ ਜਿਹੜੀਆਂ ਸਡਾਨ ਗੱਡੀਆਂ ਉਹਨਾਂ ਦੀ ਜਿਹੜੀ 130 ਤੋਂ 140 ਕਿਲੋਮੀਟਰ ਗੱਡੀ ਏਸੀ 'ਚ CNG 'ਚ ਚੱਲਦੀ ਹੈ, ਠੀਕ ਹੈ। ਮੇਰੇ ਤਾਂ ਲੋਕਾਂ ਨੂੰ ਵੀ, ਜਿਹੜੇ ਲੋਕ ਗੱਡੀਆਂ ਨੂੰ ਯੂਜ਼ ਕਰ ਰਹੇ ਨੇ, ਹਿੰਦੁਸਤਾਨ ਦੇ ਲੋਕਾਂ ਨੂੰ ਵੀ ਇੱਕ ਅਪੀਲ ਹੈ ਵੀ ਭਾਈ ਸਾਹਿਬ ਵੀ ਤੁਸੀਂ 70-70 80-80 ਹਜ਼ਾਰ ਰੁਪਈਆ ਤਨਖਾਹਾਂ ਲੈਂਦੇ ਹੋ, ਤੁਹਾਨੂੰ ਖੁਦ ਦੇਖਣਾ ਚਾਹੀਦਾ ਜਿਹੜੀ ਤੁਹਾਡੀ ਘਰ ਦੀ ਗੱਡੀ ਆ ਉਹ ਵੀ ਤੁਹਾਨੂੰ 6 ਤੇ 7 ਰੁਪਏ ਕਿਲੋਮੀਟਰ ਪੈ ਰਹੀ ਹੈ, ਤੇ ਸਾਨੂੰ ਇਹ ਗੱਡੀ ਸਣੇ ਹੀ ਕਾਗਜ਼, ਸਣੇ ਹੀ ਇੰਸ਼ੋਰੈਂਸ, ਸਣੇ ਹੀ ਕਾਗਜ਼ ਪੱਤਰ ਪਾ ਕੇ, ਟਾਇਰ ਤੇ ਸਰਵਿਸ ਪਾ ਕੇ 10-11 ਰੁਪਏ ਕਿਲੋਮੀਟਰ ਪੈ ਰਹੀ ਹੈ, ਤੇ ਤੁਸੀਂ 12 ਰੁਪਏ ਕਿਲੋਮੀਟਰ ਦੇ ਨਾਲ ਸਾਡੇ ਨਾਲ ਸਫ਼ਰ ਕਰ ਰਹੇ ਹੋ। ਤਾਂ ਤੁਸੀਂ ਬਾਈ ਕੀ ਕਹਿਣਾ ਚਾਹੋਗੇ ਕਿ ਜਿੱਥੇ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਪਹਿਲਾਂ ਮੰਗਾਂ ਤਾਂ ਰੱਖੀਆਂ, ਗੱਲ ਬਣਦੀ ਕਿਉਂ ਨਹੀਂ ਹੈ? ਸਰਕਾਰ ਦਾ ਪ੍ਰਾਈਵੇਟ ਕੰਪਨੀਆਂ ਨਾਲ ਕੋਈ ਤੇ ਐਗਰੀਮੈਂਟ ਹੋਇਆ ਹੋਵੇਗਾ ਤੁਹਾਡੇ ਕੰਮ ਨੂੰ ਲੈ ਕੇ? ਸਰ ਦੇਖੋ ਜੀ, ਜਿਹੜੇ ਸਰਕਾਰ ਸਾਨੂੰ ਰੇਟ ਦੇ ਰਹੀ ਆ ਉਹਦੀ ਖੁਦ ਦੀ ਜਿਹੜੀ UT ਦੀ ਪਾਲਿਸੀ ਆ ਉਹਦੇ 34 ਰੁਪਈਸ ਪਰ ਕਿਲੋਮੀਟਰ ਆ ਸਰ, ਪਰ ਲੇਕਿਨ ਸਾਨੂੰ ਤਾਂ ਮਿਲਦੇ ਹੀ 12 ਰੁਪਏ ਨੇ। ਇਹਦੇ ਵਿੱਚ ਕੀ ਸਾਨੂੰ ਤਾਂ ਖੁਦ ਨੂੰ ਨਹੀਂ ਸਮਝ ਰਿਹਾ ਕਿਆ ਕਰੀਏ ਜੀ। ਕੀ ਵਿਚਲੀ ਕਮਾਈ ਕੋਈ ਹੋਰ ਲੁੱਟ ਕੇ ਲੈ ਕੇ ਜਾ ਰਿਹਾ ਜਾਂ ਗੱਲ ਕੋਈ ਹੋਰ ਹੈ? ਹੋ ਵੀ ਸਕਦਾ ਜੀ, ਇਹਦੇ ਵਿੱਚ ਕੋਈ ਦੌਰਾ ਹੀ ਨਹੀਂ ਹੈ। ਇਹ ਤਾਂ ਹੁਣ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਕੀ ਹੈ ਕੀ ਨਹੀਂ ਹੈ, ਕਿਉਂਕਿ ਸਾਡੀ ਸੁਣਵਾਈ ਨਹੀਂ ਹੈਗੀ। ਅਗਰ ਸੁਣਵਾਈ ਹੋਵੇ ਤਾਂ ਸਾਨੂੰ ਪਤਾ ਲੱਗੇ ਨਾ, ਸਾਨੂੰ ਤਾਂ ਅਸੀਂ ਤਾਂ ਉਹੀ ਰੇਟਾਂ ਤੇ ਖੜੇ ਆ। ਇਸ ਮਸਲੇ ਦੇ ਵਿੱਚ ਜਦੋਂ ਮੰਗਾਂ ਤਾਂ ਰੱਖਦੇ ਹੋ, ਕੋਈ ਸੁਣਨ ਵਾਲਾ ਨਹੀਂ ਹੈ, ਫਿਰ ਹੋਰ ਕੋਈ ਰਾਹ ਲੱਭਦਾ ਆਪਸ ਵਿੱਚ ਸਲਾਹ ਮਸ਼ਵਰਾ ਕੀਤਾ ਹੋਣਾ, ਫਿਰ ਇਹ ਮਸਲੇ ਦਾ ਹੱਲ ਕਿਵੇਂ ਕਰਵਾਈਏ? ਬਿਲਕੁਲ ਸਰ, ਇੱਕ ਇਹ ਚੀਜ਼ ਦਾ ਮੈਂ ਅਲਟੀਮੇਟਮ ਦੇ ਦਿੰਦਾ ਵੀ ਕੱਲ ਨੂੰ ਅਸੀਂ ਇੱਕ ਮੀਟਿੰਗ ਰੱਖ ਰਹੇ ਹਾਂਗੇ, ਉਸ ਦੇ ਵਿੱਚ ਸਾਰਾ ਅਸੀਂ ਸ਼ਾਰਟ ਆਊਟ ਕਰਾਂਗੇ ਅਗਰ ਇਹਨਾਂ ਨੇ ਕੁਝ ਨਹੀਂ ਸਾਡੇ ਮੁੱਦਿਆਂ ਦੇ ਉੱਤੇ ਐਕਸ਼ਨ ਲਿਆ ਜੀ। ਇੱਕ ਤੁਹਾਨੂੰ ਤੁਸੀਂ ਤਾਂ ਵਿੱਚ ਵਿਚਰਦੇ ਹੋ ਦੱਸਿਆ ਕਿ ਲੰਮਾ ਤਜਰਬਾ ਹੈ, ਪਹਿਲਾਂ ਧਰਨੇ ਮੁਜ਼ਾਹਰੇ ਜਾਂ ਪ੍ਰੋਟੈਸਟ ਕਰਨ ਦਾ ਤਰੀਕਾ ਹੁੰਦਾ ਕਿ ਸਾਰਾ ਦਿਨ ਗੱਡੀਆਂ ਰੋਕ ਦਿਓ ਆਪਣੀਆਂ ਚੱਲਣਗੀਆਂ ਨਹੀਂ, ਆਪੇ ਫਰਕ ਪਏਗਾ, ਉਸ ਨਾਲ ਕੀ ਫਰਕ ਪੈਂਦਾ? ਦੇਖੋ ਜੀ, ਕੰਪਨੀਆਂ ਹੋ ਗਈਆਂ ਬਹੁਤ ਵੱਡੀਆਂ, 2016 'ਚ ਸਟ੍ਰਾਈਕ ਕਰੀ, 2018 'ਚ ਕਰੀ, 20 'ਚ ਕਰੀ, 22 'ਚ ਕਰੀ, ਤੇ 26 ਨੂੰ ਗਵਰਨਰ ਹਾਊਸ ਘੇਰਨ ਦਾ ਵੀ ਪਲਾਨ ਬਣਾਇਆ ਡਰਾਈਵਰਾਂ ਨੇ, ਗਵਰਨਰ ਹਾਊਸ ਵੀ ਘੇਰਿਆ, ਠੀਕ ਹੈ ਨਾ। ਲੇਕਿਨ ਸਮੱਸਿਆ ਇਹ ਹੈ ਨਾ ਹੁਣ ਸਟ੍ਰਾਈਕਾਂ ਧਰਨੇ ਨਾਲ ਸਰਕਾਰਾਂ ਨੂੰ ਕੋਈ ਅਸਰ ਹੋ ਰਿਹਾ, ਨਾ ਕੰਪਨੀਆਂ ਨੂੰ ਅਸਰ ਹੋ ਰਿਹਾ। ਅਸੀਂ ਚਾਹੁੰਦੇ ਹਾਂ ਵੀ ਜੇ ਸਰਕਾਰਾਂ ਇਹੋ ਜਿਹਾ ਹੀ ਰੁੱਖ ਵਰਤਦੀਆਂ ਰਹੀਆਂ, ਵਿਦੇਸ਼ੀ ਕੰਪਨੀਆਂ ਸਾਡੇ ਦੇਸ਼ ਤੋਂ ਵਿੱਚੋਂ ਲੁੱਟ ਕੇ ਲਿਜਾ ਰਹੀਆਂ, ਸਾਡੇ ਦੇਸ਼ ਵਾਸੀਆਂ ਦਾ ਧਨ ਲੁੱਟ ਰਹੀਆਂ, 30 ਤੋਂ 35% ਸਰਕਾਰ ਦੀ ਪਾਲਿਸੀ ਦੇ ਵਿੱਚ ਹੈਗਾ ਵੀ ਤੁਸੀਂ 20% ਲੈ ਸਕਦੇ ਆ, 80% ਡਰਾਈਵਰ ਨੂੰ ਦੇਣਾ ਪਏਗਾ, ਲੇਕਿਨ ਕੰਪਨੀ ਡਾਇਰੈਕਟਲੀ 30 ਤੋਂ 35% ਲੈ ਰਹੀ ਹੈ। ਸਰਕਾਰ ਦਾ ਕੰਪਨੀ ਨੇ ਆਪਣਾ ਵਿਚਰਦੇ ਆਪਾਂ ਨੂੰ ਇਹ ਪਤਾ ਲੱਗਿਆ ਵੀ ਜਿਹੜੀ ਓਲਾ ਉਬਰ ਕੰਪਨੀਆਂ ਨੇ ਕਮ ਸੇ ਕਮ ਸਰਕਾਰ ਨੂੰ ਵੀ 1 ਕਰੋੜ 80 ਲੱਖ ਦਾ ਚੂਨਾ ਲਾਈ ਫਿਰਦੀਆਂ ਨੇ, ਜਿਹੜਾ ਸਰਕਾਰ ਦਾ ਚੰਡੀਗੜ੍ਹ ਦਾ ਪ੍ਰਸ਼ਾਸਨ ਦਾ ਟੈਕਸ ਬਣਦਾ ਹੈ। ਤੁਹਾਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਹੈ ਕਿ ਉਹਨਾਂ ਨੇ ਟੈਕਸ ਹੀ ਨਹੀਂ ਦਿੱਤਾ ਕੰਪਨੀਆਂ ਨੇ? ਜਦੋਂ ਕੰਪਨੀਆਂ ਨੇ 2022 ਮਾਰਚ ਦੇ ਵਿੱਚ ਸਾਡੇ ਨਾਲ ਚਲਾਨ ਕੱਟਣੇ ਸ਼ੁਰੂ ਹੋਏ ਗਏ ਸੀਗੇ ਟੈਕਸ ਨੂੰ ਲੈ ਕੇ। ਟੈਕਸ ਬਣਦਾ ਸੀਗਾ ਕੰਪਨੀਆਂ ਦਾ ਤੇ ਚਲਾਨ ਕੱਟਣੇ ਸ਼ੁਰੂ ਹੋਏ ਡਰਾਈਵਰਾਂ ਦੇ। ਜਦੋਂ ਉਸ ਮੁੱਦੇ ਨੂੰ ਪੂਰੇ ਜ਼ੋਰ ਸ਼ੋਰ ਨਾਲ ਉਠਾਇਆ ਗਿਆ ਤਾਂ ਐਸਟੀਏ ਤੋਂ ਪੂਰੀ ਘੋਖ ਕਰਕੇ ਸਾਨੂੰ ਪਤਾ ਲੱਗਿਆ ਵੀ ਕੰਪਨੀਆਂ ਦਾ ਕਮ ਸੇ ਕਮ 1 ਕਰੋੜ 80 ਲੱਖ ਦਾ ਟੈਕਸ ਪੈਂਡਿੰਗ ਹੈ, ਜਿਹਨੂੰ ਲੈ ਕੇ ਉਹ ਆਪਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਚਲੇ ਗਈਆਂ ਨੇ। ਪਰ ਲੇਕਿਨ ਸਮੱਸਿਆ ਸਭ ਤੋਂ ਬੜੀ ਇਹ ਹੈ ਨਾ ਵੀ ਕੰਪਨੀਆਂ ਟੈਕਸ ਵੀ ਚੋਰੀ ਕਰ ਰਹੀਆਂ ਨੇ, ਡਰਾਈਵਰਾਂ ਦਾ ਵੀ ਆਰਥਿਕ ਸ਼ੋਸ਼ਣ ਕਰ ਰਹੀਆਂ ਨੇ। ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਦੇਸ਼ ਦੇ ਵਿੱਚ ਸਰਕਾਰ ਹੈ ਕਿੱਥੇ ਹੈ। ਸਰਕਾਰ ਇੱਥੇ ਇਹ ਕਹਿ ਰਹੀ ਹੈ ਵੀ ਤੁਸੀਂ ਪੈਨਿਕ ਬਟਨ ਲਵਾਓ ਜੀ, GPS ਲਵਾਓ ਜੀ। ਲਵਾਈਏ ਕਿਸ ਨਾਲ? ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਸਰਕਾਰ ਨੂੰ ਵੀ ਅਸੀਂ ਲਵਾਈਏ ਕਿਸ ਨਾਲ? ਸਾਡੇ ਕੋਲ ਤਾਂ ਟਾਇਰ ਪਵਾਉਣ ਦੇ ਪੈਸੇ ਨਹੀਂ, ਘਰਾਂ ਰੋਟੀ ਖਾਣ ਦੇ ਪੈਸੇ ਨਹੀਂ ਹੈਗੇ।
ਕਮ ਸੇ ਕਮ ਤੁਸੀਂ ਅਗਰ ਰੋਜ਼ਗਾਰ ਨਹੀਂ ਦੇ ਸਕਦੇ ਤਾਂ 20,000 ਬੰਦਾ ਜਿਹੜਾ ਰੋਜ਼ਗਾਰ 'ਚ ਲੱਗਿਆ ਵਾ ਉਹਦੇ ਰੋਜ਼ਗਾਰ ਨੂੰ ਸੈੱਟ ਤਾਂ ਕਰ ਦਿਓ ਕਿਸੇ ਨਾ ਕਿਸੇ ਤਰੀਕੇ ਨਾਲ। ਤੁਸੀਂ ਪੰਜਾਬ ਪੱਧਰ ਦੀ ਜਥੇਬੰਦੀ ਬਣਾ ਲਈ ਹੈ ਤੇ ਇਸ ਵਕਤ ਇਸ ਰੁਜ਼ਗਾਰ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਲ ਨੇ, ਕਿੰਨੀਆਂ ਕੁ ਗੱਡੀਆਂ ਚੱਲਦੀਆਂ ਪੂਰੇ ਪੰਜਾਬ 'ਚ? ਦੇਖੋ ਜੀ, ਜਿਹੜੀ PV01 ਦਾ ਜਿੱਥੇ ਤੱਕ ਹਿਸਾਬ ਹੈ, PV01 ਤੋਂ ਲੈ ਕੇ D ਤੱਕ ਇਸ ਟਾਈਮ 40,000 ਦੇ ਕਰੀਬ ਗੱਡੀ ਚੱਲ ਰਹੀ ਹੈ। ਪੰਜਾਬ ਨੰਬਰ, ਚੰਡੀਗੜ੍ਹ ਨੰਬਰ ਗੱਡੀ ਚੱਲ ਰਹੀ ਹੈ 4,000 ਦੇ ਕਰੀਬ, ਤੇ 50-60,000 ਦੇ ਕਰੀਬ ਚੱਲ ਰਹੀ ਹੈ ਹਰਿਆਣਾ ਨੰਬਰ ਗੱਡੀ। ਇਹ ਇੱਥੇ ਜ਼ਿਆਦਾਤਰ ਮੇਨ ਗੱਡੀ ਹੈ ਜਿਹੜੀ 3 ਸਿਟੀਆਂ ਨੂੰ ਪੈਂਦੀ ਹੈ, ਹਰਿਆਣਾ, ਚੰਡੀਗੜ੍ਹ ਤੇ ਪੰਜਾਬ ਦੀ ਜਾਂਦੀ ਹੈ ਟਰਾਈ ਸਿਟੀ ਦੇ ਵਿੱਚ। ਟਰਾਈ ਸਿਟੀ 'ਚ ਇਕੱਲੇ ਟਰਾਈ ਸਿਟੀ 'ਚ ਇਸ ਟਾਈਮ 10,000 ਦੇ ਪਲੱਸ ਕੈਬ ਚੱਲਦੀ ਹੈ। ਤਾਂ ਇਹ ਇਹਨਾਂ ਦੀ ਸਮੱਸਿਆ ਸੀ। ਇਹ ਉਹ ਡਰਾਈਵਰ ਨੇ ਜਿਹੜੇ ਓਲਾ, ਉਬਰ ਜਾਂ ਹੋਰ ਐਪਲੀਕੇਸ਼ਨ ਜਿਹੜੀਆਂ ਇਸ ਦੇ ਜ਼ਰੀਏ ਕੈਬ ਬੁੱਕ ਕੀਤੀ ਜਾਂਦੀ ਹੈ, ਚੰਡੀਗੜ੍ਹ, ਮੋਹਾਲੀ ਹੋਵੇ ਜਾਂ ਫਿਰ ਹੋਰ ਆਸੇ-ਪਾਸੇ ਦਾ ਇਲਾਕਾ ਹੋਵੇ, ਇਹ ਸਾਰੀਆਂ ਜਿਹੜੀਆਂ ਤੁਹਾਡੇ ਸਾਹਮਣੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੀ ਮੰਗ ਰੱਖੀ ਜਾਵੇ। ਕੁਝ ਕਹਿਣਾ ਚਾਹੁੰਦੇ ਨੇ ਜੀ? ਸਰ ਤੁਸੀਂ ਦਿਖਾ ਦਿਓ ਇੱਕ ਵਾਰ। ਇਹ ਜਿਹੜੀ ਰਾਈਡ ਆ 10 ਕਿਲੋਮੀਟਰ ਦੀ ਰਾਈਡ ਆ ਜੀ, 10.5 ਕਿਲੋਮੀਟਰ ਤੋਂ ਉੱਪਰ ਆ ਜੀ। ਕਮ ਸੇ ਕਮ ਇਹਨੂੰ ਚੱਕਣ ਲਈ ਘੱਟੋ ਘੱਟ 3 ਕਿਲੋਮੀਟਰ ਦਾ ਸਾਨੂੰ ਕੁਝ ਨਹੀਂ ਮਿਲਦਾ ਜੀ। 3 ਕਿਲੋਮੀਟਰ ਚੱਕਣ ਜਾਵਾਂਗੇ 10 ਕਿਲੋਮੀਟਰ ਜਾਵਾਂਗੇ ਜੀ। ਠੀਕ ਆ ਜੀ, ਕਿੰਨੇ ਕਿਲੋਮੀਟਰ ਹੋ ਗਏ? 10 ਤੇ 3 13-14 ਕਿਲੋਮੀਟਰ ਹੋ ਗਏ ਜੀ। 13-14 ਕਿਲੋਮੀਟਰ ਦਾ ਸਾਨੂੰ 138 ਰੁਪਏ ਮਿਲਦੇ ਨੇ ਜੀ। ਇਹ 10 ਵੀ ਨਹੀਂ ਪੂਰੇ ਹੋਏ। ਬਿਲਕੁਲ ਸਰ, ਤੇ ਬਲਕਿ ਖੁਦ ਨੂੰ ਸਾਨੂੰ 11 ਰੁਪਏ ਪਰ ਕਿਲੋਮੀਟਰ ਪੈਂਦੀ ਹੈ। ਸਾਨੂੰ ਖੁਦ ਨੂੰ ਪਰਸਨਲੀ ਅਗਰ ਅਸੀਂ ਜਾਵਾਂਗੇ ਨਾ 11 ਰੁਪਏ ਪਰ ਕਿਲੋਮੀਟਰ ਪੈਂਦੀ ਹੈ ਸਰ। ਤੇ ਇਦਾਂ ਦਾ ਸ਼ੋਸ਼ਣ ਹੋ ਰਿਹਾ ਸਾਡਾ, ਤੇ ਇਹ ਤੁਸੀਂ ਅਗਰ ਕਰ ਸਕਦੇ ਤਾਂ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚਾਓ ਸਰ। ਤਾਂ ਇਹਨਾਂ ਨੇ ਆਪਣੀ ਗੱਲ ਰੱਖੀ ਹੈ, ਕੈਬ ਡਰਾਈਵਰਾਂ ਨੇ। ਐਸੋਸੀਏਸ਼ਨ ਨੇ ਚੇਤਾਵਨੀ ਵੀ ਆਪਣੇ ਸ਼ਬਦਾਂ 'ਚ ਦਿੱਤੀ ਹੈ ਔਰ ਦੱਸਿਆ ਟੈਕਨੀਕਲ ਤੌਰ ਦੇ ਉੱਤੇ ਕਿ ਕਿੰਨਾ ਘਾਟਾ ਪੈ ਰਿਹਾ, ਆਰਥਿਕ ਸ਼ੋਸ਼ਣ ਹੋ ਰਿਹਾ, ਇਹਨਾਂ ਦੀ ਕਮਾਈ ਲੁੱਟ ਕੌਣ ਰਿਹਾ, ਬਹੁਤ ਵੱਡਾ ਸਵਾਲ ਹੈ। ਸਰਕਾਰ ਇਸ ਦੇ ਉੱਤੇ ਜ਼ਿੰਮੇਵਾਰੀ ਨਾਲ ਜੇਕਰ ਕੰਮ ਕਰੇ ਤਾਂ ਇਹਨਾਂ ਦੀ ਰੋਜ਼ੀ ਰੋਟੀ, ਇਹਨਾਂ ਦੇ ਜਿਹੜੇ ਬਲਦੇ ਚੁੱਲ੍ਹੇ ਨੇ ਉਹ ਜਾਰੀ ਰਹਿ ਸਕਦੇ ਨੇ, ਨਹੀਂ ਤਾਂ ਇਹਨਾਂ ਦੇ ਚੁੱਲ੍ਹਿਆਂ ਦੇ ਵਿੱਚ ਵੀ ਘਾਹ ਉੱਗਣਾ ਛੇਤੀ ਹੈ, ਸੁਭਾਵਕ ਹੈ, ਇਸ ਦੀ ਵੀ ਸੰਭਾਵਨਾ ਹੈ। ਤਾਂ ਇਸ ਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ। ਹਾਲਾਂਕਿ ਸਰਕਾਰਾਂ ਅਪੀਲ ਬਹੁਤ ਕਰ ਰਹੀਆਂ ਨੇ ਸੂਬੇ ਤੋਂ ਵੀ ਔਰ ਕੇਂਦਰ ਤੋਂ ਵੀ ਕਿ ਨੌਜਵਾਨ ਖੁਦ ਉੱਠਣ ਔਰ ਸਟਾਰਟਅਪ ਕਰਨ, ਅਸੀਂ ਇਹਨਾਂ ਦੀ ਮਦਦ ਕਰਾਂਗੇ। ਪਰ ਜਿਹੜੇ ਖੁਦ ਮੈਦਾਨ 'ਚ ਨਿਕਲੇ ਨੇ ਰੁਜ਼ਗਾਰ ਦੇ ਲਈ, ਉਹਨਾਂ ਦੇ ਪੱਲੇ ਵੀ ਕੱਖ ਨਹੀਂ ਪੈ ਰਿਹਾ। ਤਾਂ ਇਸ ਸਵਾਲ ਦਾ ਜਵਾਬ ਸਰਕਾਰ ਨੂੰ ਸਮੇਂ ਤੇ ਜ਼ਰੂਰ ਦੇਣਾ ਚਾਹੀਦਾ ਹੈ। ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।